मतलब 8 ਤੋਂ ਬਾਅਦ 13 ਨੂੰ ਹੈਗਾ ਉਹਦਾ ਟਾਈਮ ਹੈ ਤਾਂ ਅਸਲ ਫਿਰ ਆਪਸ਼ਨਲ ਆ ਵਿੱਚ ਹੂੰ ਉਹਦਾ 2 ਦਿਨ ਉਹਦੇ ਵਿੱਚ 4 ਫਿਰ 8 13 18 ਨੂੰ ਕਮਿਸਟਰੀ ਦਾ 18 ਨੂੰ ਕਮਿਸਟਰੀ ਉਹ ਕਿੱਥੇ 5 ਦਿਨ ਬਾਅਦ ਮੈਥ ਦਾ ਇੱਕ ਜੂਨ ਸਾਡਾ ਬਾਇਓ ਦਾ ਹਾਂ ਨਹੀਂ ਉਦਾਂ ਨਹੀਂ ਆ ਦੇਖ ਲੈਂਦਾ ਤੁਹਾਡਾ ਜਿਹੜਾ ਵੀਡੀਓ ਨਿਕਲਿਆ ਨਾ 24 ਤਰੀਕ ਨੂੰ 24 ਮਈ ਨੂੰ ਆਹ ਫਿਰ ਆਪਣੇ ਸਾਰੇ ਪੇਪਰ ਮੁੱਕ ਜਾਂਦੇ ਤੁਹਾਨੂੰ 24 ਤਰੀਕ ਨੂੰ ਪਹਿਲਾਂ ਇੰਗਲਿਸ਼ ਫਿਰ ਆਪਸ਼ਨਲ ਠੀਕ ਹੈ 8 ਨੂੰ ਫਿਰ 13 ਨੂੰ ਫਿਜ਼ਿਕਸ 18 ਨੂੰ ਕਮਰਸ਼ੀਅਲ 24 ਨੂੰ ਬਾਇਓ 24 ਤੱਕ ਵਿਹਲੇ ਟੋਟਲ 12 ਦਿਨ ਹੋ ਜਾਣੇ ਤੁਹਾਨੂੰ 12 ਦਿਨ ਆਹੋ ਮੈਥ ਇੱਕ ਦਿਨ ਇੱਕ ਚੈਪਟਰ ਸਾਰਾ ਹੋ ਗਿਆ ਫਿਜ਼ਿਕਸ में सर ज्यादा छुट्टियां देती है ਕਿੰਨੀਆਂ ਨੇ ਫੀਸ ਛੁੱਟੀਆਂ ਕਿੰਨੀਆਂ ਨੇ ਆ ਦੇਖੋ ਜੀ, ਕਿੰਨੀਆਂ 14 15 16 17 ਛੁੱਟੀਆਂ ਹੈ 18 ਕਮਿਸਟਰੀ ਦਾ 18 ਦੀ ਆਪਣਾ 13 ਨੂੰ ਆ ਫਿਜ਼ਿਕਸ ਕਿੰਨੀਆਂ ਛੁੱਟੀਆਂ ਨੇ 9 10 11 12 4 ਉਹ ਤਾਂ ਨਹੀਂ ਹੁੰਦੇ ਤਾਂ ਜਿੰਨੀਆਂ ਛੁੱਟੀਆਂ ਜ਼ਿਆਦਾ ਹੁੰਦੀਆਂ ਨੇ ਉਨੀ ਤਿਆਰੀ ਘੱਟ ਹੁੰਦੀ ਉਹਨੇ ਜਿੰਨੀ ਛੁੱਟੀਆਂ ਘੱਟ ਉਹਨਾਂ ਦਾ ਬੰਦੇ ਦਿਮਾਗ ਤੇਜ਼ ਚੱਲਦਾ ਕਿ ਵੀ ਅਸੀਂ ਫਟਾਫਟ ਕਰਨੀ ਆ ਚੀਜ਼ ਪ੍ਰੈਕਟੀਕਲ ਦਾ प्रैक्टिकल लिखना ਉਹ ਸਰ ਮਿਲਾ ਪਹਿਲੇ ਹੀ ਲੈ ਲੈਣ ਤੇ ਪ੍ਰੈਕਟੀਕਲ ਪ੍ਰੈਕਟੀਕਲ ਪਹਿਲਾਂ ਹੋਣਾ ਸੀ ਐਤਕੀ ਬਾਅਦ ਹੋਣਾ पहली वैसे मार्च में होना तो ਪ੍ਰੈਕਟੀਕਲ ਹਾਂ ਪਹਿਲੀ ਹੋ ਜਾਣਾ ਤੁਰੰਤ ਕੋਈ ਤਾਂ ਕਹਿ ਰਿਹਾ ਸਰ ਕਿ ਪਹਿਲੇ ਹੀ ਪਹਿਲੇ ਕੁ ਹਫਤੇ ਦੇ ਵਿੱਚ ਪੂਰਾ ਕਰ ਦਈਏ ਸਾਡਾ ਸਕੂਲ ਦਾ ਤਾਂ ਪਹਿਲੇ ਹਫਤੇ 'ਚ ਕਰ ਲੈਣਾ ਨੇ ਉਹਨਾਂ ਨੂੰ ਤਾਂ ਡੇਟ ਦਿੱਤੀ ਜਾਂਦੀ ਹੁੰਦੀ ਹੈ 30 ਦਿਨ ਤੇ ਇੱਥੋਂ ਇੱਥੇ ਤੱਕ ਜਦੋਂ ਮਰਜ਼ੀ ਲੈ ਲਓ ਤੁਸੀਂ ਠੀਕ ਹੈ ਨਾ ਜਦੋਂ ਮਰਜ਼ੀ ਤੁਹਾਡੀ ਮਰਜ਼ੀ ਉਹ ਹਰ ਸਕੂਲ ਦੇਖੋ ਵੀ ਕਦੋਂ ਲੈਣਾ इस बार सर के ग्रुप में स्टूडेंट बुला ਹਰ ਵਾਰੀ ਕਹਿੰਦੇ ਨੇ ਵੀ ਤਾਂ ਹੁੰਦਾ ਨਹੀਂ ਹੁੰਦਾ कराएंगे इकट्ठी ਸਾਡੇ ਸਰ ਜਿਵੇਂ ਇੰਗਲਿਸ਼ ਦਾ ਸਪੀਕਿੰਗ ਦਾ ਮੈਡਮ ਕਹਿੰਦੇ ਮੈਂ ਤੁਹਾਡਾ ਪਹਿਲੇ ਹੀ ਲੈ ਕੇ ਡੇਟਾ ਭਰ ਕੇ ਰੱਖ ਲੈਣੀਆਂ ਨੇ ਅੱਛਾ ਤੇ ਉਦੋਂ ਦੀਆਂ ਕਰਦਾ ਲਿਖਿਓ ਕੁਐਸਚਨ ਮੈਂ ਕਿਹਾ ਸੀ ਅੱਜ ਉਹ ਕਰਵਾਉਣਾ ਹੈ 9th ਯੂਨਿਟ ਦਾ ਸੈਮੀ ਕੰਡਕਟਰ ਦੇ ਟੋਪ ਤੂੰ ਆਇਆ ਨਹੀਂ ਕੱਲ ਨਹੀਂ ਆਇਆ सर मेरे बूट फट गए थे मैं खाली ਰੀਜ਼ਨ ਦੇਖ ਲਓ ਕੋਈ ਹੋਰ ਰੀਜ਼ਨ ਲੱਭੀ ਨਹੀਂ ਚਲੋ ਚਲੋ what happens to the width of depletion layer ਹੁਣ ਆਹ ਕੁਐਸਚਨ ਸਾਰੇ ਆਏ ਹੋਏ ਨੇ ਨੋਟਸ ਲਿਖ ਹੀ ਚੱਲਿਓ ਇਹਨੂੰ what happens to the width of depletion layer of PN junction when it is first forward biased and second reverse biased marker blue when it is forward biased and reverse biased forward biasing ਹੁੰਦੀ ਕਿਆ ਸੀਗੀ ਜਿਹਦੇ ਵਿੱਚ P ਨਾਲ P ਕਨੈਕਟ ਹੁੰਦਾ ਸੀਗਾ N ਨਾਲ N ਕਨੈਕਟ ਹੁੰਦਾ ਸੀਗਾ ਠੀਕ ਹੈ ਰਿਵਰਸ ਬਾਈਸਿੰਗ ਕਿਆ ਹੁੰਦੀ ਸੀ P ਨਾਲ N N ਨਾਲ P ਠੀਕ ਹੈ ਹੁਣ ਆਪ ਪੁੱਛ ਰਹੇ ਆ ਵੀ ਡਿਪਲੀਸ਼ਨ ਲੇਅਰ ਕਿਹ 'ਚ ਜ਼ਿਆਦਾ ਬੜੀ ਹੋਗੀ ਕਿਹ 'ਚ ਛੋਟੀ ਹੋਗੀ ਸੋਚ ਦਿਮਾਗ ਸੋਚ ਥੋੜੇ ਆਗੀ ਲੱਗਦਾ किस डिप्लीशन लेयर छोटी होगी किस बड़ी होगी लक्ष्मी लेट होगी सॉरी यहाँ पे वो कितना वो क्रेन क्रून खड़ा था मैं तो वहाँ पे 5 मिनट लग गए मेरे को निकलते ठीक है निकल हाथ में टाइम से जाती दसो फिर जल्दी जिन्ना डिप्लीशन लेयर बड़ी होगी ना ਤੁਹਾਡੇ ਕੋਲ डिप्लीशन लेयर ਵੱਡੇ ਹੋਣ ਦਾ ਮਤਲਬ ਕੀ ਹੈ ਕਿ ਵੀ ਓਨੀ ਜਗ੍ਹਾ ਖਾਲੀ ਹੈ ਉੱਥੇ ਸਿਰਫ ਸਟੈਟਿਕ ਚਾਰजेस ਲਈ ਠੀਕ ਹੈ ਹੁਣ ਜੇ ਜਗ੍ਹਾ ਖਾਲੀ ਹੈ ਸਟੈਟਿਕ ਚਾਰजेस ਜ਼ਿਆਦਾ ਨੇ ਤਾਂ ਮਤਲਬ ਫਿਰ ਕਰੰਟ ਘੱਟ ਹੋਊਗਾ ਜਦੋਂ ਫਾਰਵਰਡ ਬਾਇਸਿੰਗ ਦਾ ਕਰੰਟ ਜ਼ਿਆਦਾ ਹੁੰਦਾ ਇਟ ਮੀਨਸ ਫਾਰਵਰਡ ਬਾਇਸਿੰਗ ਤੇ ਡਿਪਲੀਸ਼ਨ ਰੀਜਨ ਕੀ ਹੋਊਗਾ ਛੋਟਾ ਹੋਊਗਾ ਰਿਵਰਸ 'ਚ ਕੀ ਹੋਊਗਾ ਆ ਯਾਦ ਰੱਖੋ ਪੇਪਰ ਦੇ ਵਿੱਚ MCQ 'ਚ ਵੀ ਆ ਸਕਦਾ ਆਬਜੈਕਟਿਵ ਟਾਈਪ 'ਚ ਵੀ ਤੇ 1 ਮਾਰਕ ਕੁਐਸਚਨ 'ਚ ਵੀ ਆ ਸਕਦਾ ਤਾਂ ਪੁੱਛਿਆ ਜਾਊਗਾ ਉੱਥੇ ਪੁੱਛਿਆ ਜਾਊਗਾ ਵੀ ਡਿਪਲੀਸ਼ਨ ਲੇਅਰ ਦੱਸੋ ਫਾਰਵਰਡ ਬਾਇਸਿੰਗ 'ਚ ਕੀ ਹੁੰਦੀ ਹੈ ਘੱਟ ਹੁੰਦੀ ਹੈ ਛੋਟੀ ਹੁੰਦੀ ਹੈ ਰਿਵਰਸ ਬਾਇਸਿੰਗ 'ਚ ਕੀ ਹੁੰਦੀ ਹੈ ਲਿਖ ਲਓ ਫਿਰ ਇਹਨੂੰ ਜਲਦੀ width of depletion layer width of depletion layer सजल नहीं आ रही सर वो बीमार है बीमार है कितना सी मैसेज ने कल अभी किया आज पूछे जी अच्छा depletion layer decreases
in forward biasing, in forward biasing. Second the answer, width of layer increases in reverse biasing, in reverse biasing. लिख लिया। अगला क्वेश्चन, why cannot we take one slab of p-type semiconductor, one slab of p-type semiconductor and physically join it to another slab of n-type semiconductor to get p-n junction diode, to get p-n junction diode, join it to another slab of n-type semiconductor to get p-n junction, to get p-n junction. क्यों? सोचिए जरा क्वेश्चन आंसर की हो सकता है। वो कह रहे हैं अभी वी कैन नॉट टेक वन स्लैब ऑफ पी टाइप सेमीकंडक्टर, ठीक है, आप एक स्लैब नहीं ले सकते, ठीक है ना, एक पी का जोड़ के एक एन का जोड़ के फिर नहीं पी एन बना सकते आप। की रीजन हो सकता है, की रीजन हो सकता है जो पी एन जंक्शन डियोड बनाने लगे हो तुसी, ठीक है, मतलब कि ए नहीं हो सकता। अब विच एक शेयर कितना होंगे ना, इधर पी इधर एन, दोनों का ओदा भी स्लैब ले लिया, ओदी भी स्लैब ले लिए, फिर जोड़ दिए दोनों को। कहते एवें क्यों नहीं करते, हाँ चीज कहते नहीं होंगी, इस तरह होंगे। स्लैब तो एक ही होगी ना, शेयर होगी स्लैब, ठीक है, क्यों, की रीजन है? हर्ष लगा दो दिमाग, कल तो लगाई नहीं सी। हाँ लक्ष्मी मैं तो क्या सी तो सीधी लगाई, तो पढ़ के क्यों नहीं आई यार? पता नहीं, वो तो फाइल वाला बहाना मैनू तो दिया ना करो तुसी। की हुण सुनो ध्यान नाल, इहदा आंसर की है, कहंदे जे तां तुसी इस तरह लोगे उपरली केस करते हो, ठीक है, तो जंक्शन कॉन्टीन्यूस नहीं होंदा। जंक्शन वैसे होंदा की है, जंक्शन वो पॉइंट होंदा जिथे 3-4 रास्ते निकल जाते होंदे ने, जिवें अपना लुधियाना ते लुधियाना जंक्शन बोलते हैं, अंबाले नूं अंबाला जंक्शन बोलते हैं, बस स्टैंड नूं अपने खन्ने वाले नूं बस स्टैंड ही बोलते हैं। रीजन की है उन्होंने जंक्शन कहने दी, जिथे रास्ते क्या निकलन बहुत ज्यादा निकलन, कहते इस केस दे विच जंक्शन कॉन्टीन्यूस नहीं होंदा। जंक्शन वही है जिहड़े शेयर करते होवे पॉइंट, इसलिए की आंसर है कि जंक्शन क्या हो रहे कॉन्टीन्यूस नहीं होंदा। लिखिया हुआ आंसर हुण, इन दिस वे the junction will behave as a discontinuity, junction will behave as discontinuity for the flowing charge carriers, for the flowing charge carriers। लिख लिया? लो भी 2015 का क्वेश्चन आया हुआ है, डायग्राम देखो अगले दिन। वो तो मैं रिकॉर्डिंग कर रहे हैं, लग नहीं रही? किताब से रिकॉर्डिंग सेंड करनी होती है, सर नूं भी करनी। चलो भी आओ ना, ग्राफ अगला देखियो 30। और ना लक्ष्मी सीरियस हो जी पुत्र, स्टडी छुट्टियां बहुत कर दी तुम। डायग्राम 0 10 15 20 -10 वोल्ट 0.7 0.8 1 मिलियन 1
ਆ ਡਾਇਗਰਾਮ ਦਿੱਤੀ ਹੋਈ ਹੈ ਤੁਹਾਨੂੰ ਡਾਇਗਰਾਮ बना ला लक्ष्मी फिर आपने डेटशीट देख देख ली? ली आ 0.7 है आ 0.5 है 0.5 0.7 0.8 बनाई डायग्राम हर्ष क्वेश्चन है द VI characteristics of silicon diode द VI characteristic की है ग्राफ बने हुए द VI characteristics for silicon diode is shown in diagram calculate the resistance of diode at I is equal to 15 milliampere calculate the VI characteristics of silicon diode is shown in the diagram calculate the resistance of diode at I is equal to 50 milliampere at I is equal to 15 milliampere and V is equal to minus 10 volt V is equal to minus 10 volt equal to ਕੀ ਹੁੰਦਾ ਰੈਜ਼ਿਸਟੈਂਸ ਦਾ ਫਾਰਮੂਲਾ ਕੀ ਹੁੰਦਾ V R equal to V upon I R is equal to V upon I ਰੈਜ਼ਿਸਟੈਂਸ ਦਾ ਫਾਰਮੂਲਾ ਹੁੰਦਾ R is equal to V upon I ਠੀਕ ਹੈ ਹੁਣ ਧਿਆਨ ਨਾਲ ਦੇਖਿਓ ਕਰੰਟ 15 ਮਿਲੀ ਐਂਪੀਅਰ ਕਹਿ ਰਿਹਾ ਨਾ ਉਹ ਜਦੋਂ ਕਰੰਟ 50 ਮਿਲੀ ਐਂਪੀਅਰ ਹੈ ਪੁੱਤਰ ਜੀ ਵੋਲਟੇਜ ਦੇਖੋ ਕਿੰਨਾ 0 ਪੁਆਇੰਟ ਨਿਕਲ ਜੂਗੀ ਰੈਜ਼ਿਸਟੈਂਸ ਚਲੋ ਵੀ 0.7 upon कितना आ जाएगा करंट कितना 15 लो भी कितना आंसर आ गया 7 upon 150 7 upon कर लो कैलकुलेट कितना आ जाएगा 7 upon 150 करंट 15 मिली एम्पीयर है ना तो 10 raised to power -3 भी होगा ना हो जाएगा सॉल्व 15 मिली एम्पीयर है ना मतलब करंट तो मिली ਦਾ ਆਪਾਂ 10 - 3 ਵੀ ਲੈਣਾ ਹੋ ਗਿਆ ਹਰਸ਼ ਲੱਗ ਗਿਆ ਪਤਾ ਦੇਖਣ ਨੂੰ ਔਖਾ ਲੱਗਦਾ ਪਰ ਹੈ ਸੌਖਾ ਹੀ ਜਮਾ ਹੁਣ ਕਹਿੰਦੇ ਤਦ ਵੀ ਰੈਜ਼ਿਸਟੈਂਸ ਫਾਈਂਡ ਕਰਨੀ ਹੈ ਜਦੋਂ ਵੋਲਟੇਜ ਕਿੰਨੀ ਹੈ -10 ਵੋਲਟ V ਕਿੰਨਾ ਤੁਹਾਡੇ ਕੋਲ -10 ਦੇਖਿਓ ਜਦੋਂ V -10 ਹੈ ਪੁੱਤਰ ਤਾਂ ਕਰੰਟ ਦੱਸੋ ਮੈਨੂੰ ਸੋਚ ਕੇ ਇੱਥੋਂ ਕਰੰਟ ਸੋਚ ਕੇ ਦੱਸੋ ਕਿੰਨਾ ਆ ਵੈਲਿਊ ਪਤਾ ਆ ਰਹੀ 1 ਮਾਈਕਰੋ ਕੂਲਮ ਆ ਨਹੀਂ ਹੈਗੀ ਪੂਰਾ ਤੋਂ ਸਟਾਰਟ 1 ਮਾਈਕਰੋ ਐਂਪੀਅਰ ਦੇਖੋ ਹੋ ਰਿਹਾ ਨਾ ਇਸ ਟਾਈਮ ਵੈਲਿਊ ਕਿੰਨੀ ਹੈ ਕਰੰਟ ਦੀ 1 ਮਾਈਕਰੋ ਨਿਕਲ ਜੂਗਾ ਆਂਸਰ ਫਿਰ ਫਾਰਮੂਲਾ ਲਗਾਓ ਕੀ ਹੁੰਦਾ R is equal to V upon I R is equal to V ਕਿੰਨਾ ਉਰੇ -10 I ਕਿੰਨਾ 1 ਮਾਈਕਰੋ ਹਰਸ਼ ਲੱਗਿਆ ਪਤਾ ਕਿਵੇਂ ਕਰਿਆ ਆ ਦੇਖ ਇੱਧਰ ਜਦੋਂ ਵੋਲਟੇਜ -10 ਹੈ ਤਾਂ ਕਰੰਟ ਕਿੰਨਾ ਕਾਂਸਟੈਂਟ ਹੀ ਚੱਲ ਰਿਹਾ ਉਰੇ ਤੱਕ ਕਿੰਨਾ ਹੈ 1 ਮਾਈਕਰੋ ਐਂਪੀਅਰ ਕਰੰਟ ਦੀ ਵੈਲਿਊ 1 ਮਾਈਕਰੋ ਵੋਲਟੇਜ ਕਿੰਨਾ ਸੀ -10 ਤੇ ਕਹਿ ਰਹੇ ਨੇ ਕਰ ਲਓ ਆਂਸਰ ਸੋ ਲੱਗ ਗਿਆ ਪਤਾ ਰਵਿੰਦਰ ਨਿੰਦਰ ਦੇਖੋ ਕਿੰਨਾ ਦਾ ਰੈਜ਼ਿਸਟੈਂਸ ਨੈਗੇਟਿਵ ਚ ਨਹੀਂ ਹੁੰਦੀ ਪੁੱਤਰ ਨੈਗੇਟਿਵ ਸਾਈਨ ਛੱਡ ਦਿਓ ਕੋਈ ਚੱਕਰ ਨਹੀਂ ਇਹ ਠੀਕ ਹੈ ਲੱਗ ਗਿਆ ਪਤਾ ਤੈਨੂੰ ਕੀ ਨਾਮ ਸੀ ਲక్ష్ਮੀ ਉਹ ਨਾ ਹੋ ਜਾਣਾ ਤੂੰ ਹਰ ਸੋਲ ਇਧਰ ਹੋ ਜਾ 10 raised to power 7 ਕੀ ਬਣ ਜਾਊਗਾ 10 raised to power 7 ਬਣ ਜਾਊਗਾ 10 raised to power ਕੀ ਬਣ ਜਾਊਗਾ 7 ਚਲੋ ਵੀ करिए अगला क्वेश्चन है नेक्स्ट क्वेश्चन वैसा मतलब आ क्वेश्चन पता नहीं पाते क्यों ने पर आया 3 बार होया कहते डिफरेंस बिटवीन इंट्रिंसिक एंड एक्सट्रिंसिक सेमीकंडक्टर्स डिफरेंस बिटवीन इंट्रिंसिक एंड एक्सट्रिंसिक सेमीकंडक्टर वैसा मैं कराना नहीं सी तां कराना 3 बार आया होया इंट्रिंसिक सेमीकंडक्टर ਉਹ ਹੁੰਦੇ ਨੇ ਜਿਹੜੇ ਪਿਓਰ ਫਾਰਮ ਚ ਹੁੰਦੇ ਨੇ ਜਿਹੜੇ ਕਿੱਥੇ ਹੁੰਦੇ ਨੇ ਜਿਨ੍ਹਾਂ 'ਚ ਆਪਾਂ ਕੋਈ ਇੰਪਿਓਰਿਟੀ ਐਡ ਨਹੀਂ ਕਰਦੇ ਜਿਨ੍ਹਾਂ 'ਚ ਆਪਾਂ ਕੋਈ ਵੀ ਇੰਪਿਓਰਿਟੀ ਠੀਕ ਹੈ ਤੇ ਇਹਨਾਂ ਦੀ ਕੰਡਕਟਿਵਿਟੀ ਘੱਟ ਹੁੰਦੀ ਹੈ ਕੰਡਕਟਿਵਿਟੀ ਕੀ ਹੁੰਦੀ ਹੈ ਘੱਟ ਬਟ
ਐਕਸਟ੍ਰਿੰਜਿਕ ਸੈਮੀਕੰਡਕਟਰ ਉਹ ਸੈਮੀਕੰਡਕਟਰ ਨੇ ਜਦੋਂ ਆਪਾਂ ਇੰਟ੍ਰਿੰਜਿਕ ਸੈਮੀਕੰਡਕਟਰ 'ਚ ਕੀ ਕਰਦੇ ਆ, ਇੰਪਿਓਰਿਟੀ ਐਡ ਕਰ ਦਿੰਦੇ ਆ, ਠੀਕ ਹੈ, ਉਹਨਾਂ ਦੀ ਕੰਡਕਟਿਵਿਟੀ ਕੀ ਹੋ ਜਾਂਦੀ ਹੈ, ਇੰਕਰੀਜ਼ ਹੋ ਜਾਂਦੀ ਹੈ। ਉਹਨੂੰ ਕਿਹੜਾ ਸੈਮੀਕੰਡਕਟਰ ਬੋਲਦੇ, ਪਿਓਰ ਸੈਮੀਕੰਡਕਟਰ ਨੂੰ ਇੰਟ੍ਰਿੰਸਿਕ, ਜਦੋਂ ਇੰਪਿਓਰਿਟੀ ਐਡ ਕਰਦੇ ਉਹਨੂੰ ਕੀ ਬੋਲਦੇ ਆ। ਹੁਣ ਜਿਹੜਾ ਆਪਾਂ ਪੀ ਟਾਈਪ ਐਨ ਟਾਈਪ ਸੈਮੀਕੰਡਕਟਰ ਪੜ੍ਹਦੇ ਆ ਉਹ ਕੀ ਨੇ, ਇੰਟ੍ਰਿੰਸਿਕ ਨੇ ਜਾਂ ਐਕਸਟ੍ਰਿੰਜਿਕ ਨੇ, ਐਕਸਟ੍ਰਿੰਜਿਕ ਨੇ, ਕਿਉਂਕਿ ਉਹ ਇੰਪਿਓਰਿਟੀ ਐਡ ਕਰਨ ਤੋਂ ਬਾਅਦ ਬਣਦੇ ਨੇ, ਠੀਕ ਹੈ, ਲੱਗ ਗਿਆ ਪਤਾ। ਲਿਖੇ ਹੋਣੇ ਇਹਦੇ ਦੋ ਕਾਲਮ ਜੀ ਬਣਾ ਲਿਓ, ਲਿਖ ਹੀ ਲਓ, ਪੇਪਰ 'ਚ ਕੁਝ ਨਹੀਂ ਪਤਾ। ਪਹਿਲਾਂ ਇੰਟ੍ਰਿੰਸਿਕ ਫਿਰ ਦੂਜੇ ਪਾਸੇ ਐਕਸਟ੍ਰਿੰਜਿਕ। इंट्रिंसिक से लिखो पहला पॉइंट, इट इज अ प्योर सेमीकंडक्टर, इट इज अ प्योर सेमीकंडक्टर मटेरियल with no impurity atoms in it, with no impurity atoms with in it। तेरा मई ਨੂੰ ਜੂਨ ਨੂੰ ਪੇਪਰ ਹੈ ਨਾ, ਮਈ ਨੂੰ ਹੈ ਨਾ, ਘੱਟ ਤੋਂ ਘੱਟ 100 ਦਿਨ ਪਏ ਆ ਤੁਹਾਡੇ ਕੋਲ, 100 ਦਿਨ ਪਏ ਨੇ, ਫਿਰ ਦੇਖ ਲਓ ਕਿ ਪਲਾਨ ਕਰ ਲਓ ਆਪਣਾ ਪੂਰਾ ਕਿਵੇਂ ਕਿਵੇਂ ਪੜ੍ਹਨਾ। ਉਧਰ ਫਸਟ ਪੁਆਇੰਟ ਲਿਖਿਓ, ਇਟ ਇਜ਼ ਪ੍ਰੀਪੇਅਰਡ ਬਾਈ ਡੋਪਿੰਗ। ਹੁਣ ਇੰਪਿਓਰਿਟੀ ਐਡ ਕਰਨ ਨੂੰ ਆਪਾਂ ਕੀ ਕਹਿੰਦੇ ਸੀਗੇ, ਆਪਾਂ ਡੋਪਿੰਗ, ਕੀ ਕਹਿੰਦੇ ਸੀਗੇ, ਤੇ ਮੈਂ ਡੋਪਿੰਗ ਤੇ ਮਿਕਸਿੰਗ 'ਚ ਫਰਕ ਵੀ ਦੱਸਿਆ ਹੋਇਆ। ਡੋਪਿੰਗ ਦਾ ਮਤਲਬ ਆ ਹੁੰਦਾ ਹੈ ਵੀ 1 ਕਿਲੋ ਦੁੱਧ ਦੇ ਵਿੱਚ 1 ਚਮਚ ਪਾਣੀ ਦਾ ਮਿਕਸ ਕਰਨਾ, ਤੇ ਮਿਕਸਿੰਗ ਦਾ ਮਤਲਬ ਆ ਹੁੰਦਾ ਕਿ 1 ਕਿਲੋ ਦੇ ਵਿੱਚ ਅੱਧਾ ਕਿਲੋ ਪਾਣੀ ਪਾਉਣਾ। ਫਰਕ ਕੀ ਹੈ, ਜਿਹੜੀ ਡੋਪਿੰਗ ਹੁੰਦੀ ਹੈ ਉਹ ਬਹੁਤ ਘੱਟ 'ਚ ਹੁੰਦੀ ਹੈ, ਜਿਵੇਂ ਉਹ ਪਲੇਅਰਸ ਦਾ ਹੁੰਦਾ ਨਹੀਂ ਡੋਪ ਟੈਸਟ, ਇਹਨੂੰ ਹੀ ਕਹਿੰਦੇ ਹੁੰਦੇ ਆਪਾਂ ਡੋਪਿੰਗ। ਕਿ ਡੋਪ ਟੈਸਟ ਕੀ ਹੁੰਦਾ, ਡੋਪਿੰਗ ਕਿਆ ਹੁੰਦੀ ਹੈ, ਜਦ ਤੁਸੀਂ ਇੰਪਿਓਰਿਟੀ ਬਹੁਤ ਲੋ ਲੈਵਲ ਤੇ ਐਡ ਕਰਦੇ ਹੋ, ਮਤਲਬ ਜੇ ਕਿਲੋਆਂ 'ਚ ਚੀਜ਼ ਹੈ ਤੁਸੀਂ ਮਾਈਕਰੋ ਦੇ ਵਿੱਚ ਐਡ ਕਰਨੀ ਹੈ, ਮਿਕਸਿੰਗ ਜ਼ਿਆਦਾ ਹੁੰਦੀ ਹੈ। ਯਾਦ ਰਹੂਗੀ ਇਹ ਚੀਜ਼, ਲਿਖੋ, ਇਟ ਇਜ਼ prepared by doping a small amount of impurity atoms to the pure semiconductor, ਹੁਣ ਸੁਣੋ ਧਿਆਨ ਨਾਲ ਅੱਗੇ। ਦੂਜਾ ਇਹਦਾ ਪੁਆਇੰਟ ਕੀ ਦੱਸਣਾ ਹੈ, ਇੱਕ ਕੰਡਕਸ਼ਨ ਬੈਂਡ ਹੁੰਦਾ ਨਾ ਪੁੱਤਰ, ਇੱਕ ਕਿਹੜਾ ਬੈਂਡ ਹੁੰਦਾ, ਮੈਂ ਕਰਵਾਇਆ ਸੀ ਵੈਲੈਂਸ ਬੈਂਡ ਹੁੰਦਾ, ਇੱਕ ਕੰਡਕਸ਼ਨ ਬੈਂਡ ਹੁੰਦਾ, ਇੱਕ ਕਿਹੜਾ ਹੁੰਦਾ, ਕੰਡਕਸ਼ਨ ਬੈਂਡ 'ਚ ਕੀ ਹੁੰਦਾ, ਇਲੈਕਟ੍ਰੋਨਸ ਜੰਪ ਕਰਦੇ ਨੇ ਵੈਲੈਂਸ ਬੈਂਡ ਤੋਂ, ਵੈਲੈਂਸ ਬੈਂਡ 'ਚ ਕੀ ਹੁੰਦੇ, ਹੋਲਸ। ਕਹਿੰਦੇ ਜਦੋਂ ਪਿਓਰ ਇੰਟ੍ਰਿੰਸਿਕ ਸੈਮੀਕੰਡਕਟਰ ਦੀ ਗੱਲ ਕਰਦੇ ਆ, ਕੰਡਕਸ਼ਨ ਬੈਂਡ 'ਚ ਇਲੈਕਟ੍ਰੋਨਸ ਤੇ ਵੈਲੈਂਸ ਬੈਂਡ 'ਚ ਹੋਲਸ, ਦੋਨਾਂ ਦੀ ਅਮਾਊਂਟ ਕਿਆ ਰਹਿੰਦੇ, ਇਕੁਅਲ ਰਹਿੰਦੀ ਹੈ। ਕੀ ਰਹਿੰਦਾ, ਆਹ ਚੀਜ਼ ਹਮੇਸ਼ਾ ਯਾਦ ਰੱਖੋ, ਪੇਪਰ 'ਚ ਪੁੱਛ ਸਕਦੇ ਤੁਹਾਡੇ ਤੋਂ। ਉਸ ਟਾਈਮ ਕਿਆ ਹੁੰਦਾ, Ne is equal to NH, ਮਤਲਬ ਨੰਬਰ ਆਫ ਇਲੈਕਟ੍ਰੋਨਸ ਕਿਆ ਰਹਿੰਦੇ ਆ, ਸੇਮ, ਇਕੁਅਲ ਟੂ ਨੰਬਰ ਆਫ ਹੋਲਸ। ਕਿਹਦੇ ਕੇਸ ਦੇ ਵਿੱਚ, ਇੰਟ੍ਰਿੰਸਿਕ ਸੈਮੀਕੰਡਕਟਰ ਦੇ ਕੇਸ ਦੇ ਵਿੱਚ। ਕਿਹੜੇ ਕੇਸ 'ਚ, ਲੱਗ ਗਿਆ ਪਤਾ। ਹੁਣ ਸੈਕਿੰਡ ਪੁਆਇੰਟ ਆਹੀ ਲਿਖਿਓ। सर इसका सेकंड पॉइंट क्या है, एक्सटेंसिव का? ਉਹ ਤਾਂ ਬੋਲਣਾ ਹਜੇ, ਪਹਿਲੇ ਤੂੰ ਉਹਦੇ ਦਾ ਬੋਲਦਾ ਦੂਜਾ। ਇੰਟ੍ਰਿੰਸਿਕ ਦਾ ਸੈਕਿੰਡ ਪੁਆਇੰਟ, the number of free electrons in the conduction band and the number of holes in valence band is exactly equal, साहिल को मैसेज किया था आज लक्ष्मण, क्या कह रहे थे, बीमार है। वैलेंस बैंड इज एग्जैक्टली इक्वल, लिख लिया। ਹੁਣ ਉਧਰ ਕੀ ਹੋਊਗਾ, ਉਧਰ ਜੇ ਤਾਂ n ਟਾਈਪ ਆ ਪੁੱਤਰ, ਫਿਰ ਤਾਂ ਕੀ ਹੋਊਗਾ, ਨੰਬਰ ਆਫ ਇਲੈਕਟ੍ਰੋਨ ਜ਼ਿਆਦਾ ਹੋਣਗੇ। ਜੇ p ਟਾਈਪ ਹੈ ਫਿਰ ਕੀ ਜ਼ਿਆਦਾ ਹੋਣਗੇ, ਨੰਬਰ ਆਫ ਹੋਲਸ। ਜੇ ਤੁਹਾਨੂੰ ਇਹ ਕਹਤਾ ਵੀ Ne greater than NH ਹੈ, ਇਟ ਮੀਨਸ ਤੁਸੀਂ ਇੱਥੋਂ ਦੇਖ ਕੇ ਕੀ ਪਤਾ ਲੱਗਦਾ ਕਿਹੜਾ ਸੈਮੀਕੰਡਕਟਰ ਹੋਊਗਾ, ਇਲੈਕਟ੍ਰੋਨ ਜ਼ਿਆਦਾ, ਇਲੈਕਟ੍ਰੋਨ ਚਾਰਜ ਕਿਹੜਾ ਹੁੰਦਾ, ਨੈਗੇਟਿਵ, ਮਤਲਬ ਕਿਹੜਾ ਸੈਮੀਕੰਡਕਟਰ ਹੈ, n ਟਾਈਪ। ਕਿਹੜਾ ਸੈਮੀਕੰਡਕਟਰ ਹੈ, ਹੁਣ n ਟਾਈਪ ਤਾਂ ਐਕਸਟ੍ਰਿੰਸਿਕ ਹੀ ਹੁੰਦਾ। ਜੇ ਉਹਨਾਂ ਨੇ ਕਹਤਾ Np ਵੱਡਾ ਹੈ Ne ਨਾਲੋਂ, ਫਿਰ ਕਿਹੜਾ ਹੋਊਗਾ, p ਟਾਈਪ। ਇੱਥੋਂ ਹੀ ਪਤਾ ਲੱਗ ਜਾਣਾ ਤੁਹਾਨੂੰ। ਲਿਖੋ ਫਿਰ ਸੈਕਿੰਡ ਪੁਆਇੰਟ, the number of free electrons and holes is never equal
there is an excess of electrons, there is an excess of electrons in n-type semiconductor and excess of holes in p-type semiconductor, in p-type semiconductor। हो गया? सर्कल कौन से चैप्टर के होगा? ਆਹੀ ਚੈਪਟਰ ਕੰਪਲੀਟ ਕਰ ਦਈਏ ਹੁਣ ਇਹਦੇ ਚੰਗੀ ਤਰ੍ਹਾਂ ਕੰਪਲੀਟ ਕਰ ਦਈਏ। ਜਿੰਨੀ ਥਿਊਰੀ ਕਰ ਲਿਓ ਯਾਦ ਕਰ ਲਿਓ, ਜਿੰਨਾ ਮੈਂ ਲਿਖਾਂਗਾ ਯਾਦ ਕਰ ਲਿਓ, ਮੋਰ ਦੈਨ ਸਫੀਸ਼ੀਐਂਟ ਹੈ ਪੁੱਤਰ। ਇਹ ਤੋਂ ਬਾਅਦ ਥੋੜੀ ਆਉਣਗੇ ਪੇਪਰ 'ਚ ਕੁਛ, ਇਹ ਪਹਿਲੇ ਆਏ ਹੋਏ ਨੇ ਸਾਰੇ, ਛੱਡਿਆ ਹੀ ਕੋਈ ਆਪਾਂ। ਅਗਲਾ ਕੁਐਸਚਨ ਲਿਖਿਓ ਹੁਣ, ਇਹ ਕੁਐਸਚਨ ਤਾਂ ਆਇਆ ਹੋਇਆ ਬਹੁਤ ਵਾਰ, ਲਿਖਿਓ give two advantages of LEDs over the conventional lamp। ਕਹਿੰਦੇ ਲੈਂਪ ਆਪਾਂ ਜਿਹੜੇ ਯੂਜ਼ ਕਰਦੇ ਆਂ ਉਹਨੂੰ ਆਪਾਂ ਛੱਡ ਕੇ ਹੁਣ LED ਯੂਜ਼ ਕਰਨ ਲੱਗ ਗਏ, ਕੀ ਰੀਜ਼ਨ ਹੈ ਇਹਦਾ? ਐਡਵਾਂਟੇजेस ਆਫ LED ਓਵਰ ਕਨਵੈਨਸ਼ਨਲ ਲੈਂਪ, ਸੋਚ ਕੇ ਦੱਸੋ। ਪਹਿਲਾਂ ਵੀ ਮੈਂ ਕਦੇ ਦੱਸਿਆ ਸੀਗਾ ਕਦੇ? ਸੋਚੋ ਜਲਦੀ ਕੀ ਸੀ ਇਹਦਾ, ਮੈਂ ਦੱਸਿਆ ਹੋਇਆ ਪਹਿਲਾਂ ਹਰਸ਼ ਤੈਨੂੰ। ਪਹਿਲੀ ਗੱਲ ਤਾਂ ਜਿਹੜੇ ਦੂਜੇ ਬਲਬ ਹੁੰਦੇ ਆ ਕਿੱਥੇ, ਉਹ ਪੀਲੇ ਜਿਹੇ ਆਉਂਦੇ ਹੁੰਦੇ ਸੀ ਨਾ ਪਹਿਲਾਂ, ਹੁਣ ਵੀ ਆਉਂਦੇ ਨੇ, ਉਹਨਾਂ ਦੀ ਫਿਲਾਮੈਂਟ ਹੁੰਦਾ ਟੰਗਸਟਨ। ਜਦੋਂ ਟੰਗਸਟਨ ਫਿਲਾਮੈਂਟ ਖਤਮ ਹੋ ਜਾਵੇ ਤਾਂ ਬਲਬ ਖਤਮ ਹੋ ਜਾਂਦਾ ਹੁੰਦਾ, ਠੀਕ ਹੈ। ਬਟ LED 'ਚ ਕੋਈ ਫਿਲਾਮੈਂਟ ਨਹੀਂ ਹੁੰਦਾ, ਇਟ ਮੀਨਸ LED ਕਿਉਂ ਆਪਾਂ ਲੌਂਗ ਟਰਮ 'ਤੇ ਯੂਜ਼ ਕਰ ਸਕਦੇ ਹਾਂ, ਠੀਕ ਹੈ, ਕਿਉਂਕਿ ਫਿਲਾਮੈਂਟ ਹੀ ਹੈ ਨਹੀਂ। ਦੂਜਾ, ਜਦੋਂ ਆਪਾਂ ਸਵਿਚ ਔਨ ਕਰਦੇ ਹੁੰਦੇ ਸੀ ਬਲਬ ਨੂੰ ਥੋੜਾ ਜਿਹਾ ਨੈਨੋ ਸੈਕਿੰਡਸ ਲੱਗਦੇ ਸੀ ਚੱਲਣ ਲਈ, ਕਿਉਂ? ਕਿਉਂਕਿ ਫਿਲਾਮੈਂਟ ਗਰਮ ਹੁੰਦਾ ਫੇਰ ਹੁੰਦਾ, ਠੀਕ ਹੈ। ਬਟ LED 'ਚ ਫਿਲਾਮੈਂਟ ਨਹੀਂ ਹੁੰਦਾ ਤਾਂ LED ਕੀ ਹੈ, ਮਿੰਟਾਂ 'ਚ ਔਨ ਹੋ ਜਾਂਦੀ ਹੈ। ਦੋ ਇਹਦੇ ਯੂਜ਼ੇਸ ਹਮੇਸ਼ਾ ਯਾਦ ਰੱਖਣੇ ਕੀ ਫਾਇਦੇ ਨੇ। ਇੱਕ ਤਾਂ 'ਚ ਫਿਲਾਮੈਂਟ ਨਹੀਂ ਹੁੰਦਾ, ਫਿਲਾਮੈਂਟ ਨਾ ਹੋਣ ਕਰਕੇ ਇਹਦੀ ਲਾਈਫ ਕਿਆ ਹੁੰਦੀ ਹੈ, ਲੌਂਗ ਲਾਈਫ ਹੁੰਦੀ ਹੈ ਹਮੇਸ਼ਾ, ਠੀਕ ਹੈ, ਜਲਦੀ ਜਲਦੀ ਖਰਾਬ ਨਹੀਂ ਹੁੰਦੇ ਨੇ LED। ਦੂਜਾ ਕੀ ਹੈ, ਇੱਕ 'ਚ ਫਿਲਾਮੈਂਟ ਨਾ ਹੋਣ ਕਰਕੇ ਕਿਆ ਹੁੰਦਾ, ਇਹਨੂੰ ਔਨ ਕਰਨ 'ਚ ਵੀ ਟਾਈਮ ਕਿਆ ਲੱਗਦਾ, ਘੱਟ। ਆ ਫਾਸਟ ਐਕਸ਼ਨ ਹੁੰਦੇ ਆ ਇਹਨਾਂ 'ਚ, ਕਿਆ ਹੁੰਦੇ ਆ, ਜਲਦੀ। ਲੱਗ ਗਿਆ ਪਤਾ? ਲਿਖਿਓ ਇਹ 2 ਪੁਆਇੰਟਸ, ਐਡਵਾਂਟੇजेस ਆਫ LED over lamp। first लिखो, since LED do not have filament that can burn out, hence they last longer, second लिखियो, they do not get hot during use, hence fast action, no warm up time required, लिख लिया। अगला क्वेश्चन है, डायग्राम बनाने लगे हैं, डायग्राम पहले बनाओ। क्वेश्चन है कोई, हाँ कंपार्टमेंट वाला क्वेश्चन है, औखा होता कंपार्टमेंट वाला क्वेश्चन होता जब भी कभी कंपार्टमेंट का पेपर बनता है ना कि कंपार्टमेंट का पेपर कोई सौखा नहीं होता, वो होर भी औखा पाते होंगे ने। क्यों औखा पाते होंगे? अगले को गुस्सा तो भी चढ़ता है कि दोबारा पेपर चेक करने पड़े, ठीक है ना, अगला पूरा कसूर था फिर। तो फेल ही ना करो उनको, थोड़े एक दो नंबर से पास कर दो। तो वही जी बच्चे जो टीचर बन गया फिर तू किवें समझाएंगी? दस तो बच्चे ने पूछ लिया कुछ, कहा तक कि फ्यूचर खिलाफ सवाल करना। आ डायग्राम है 2 ओम रेजिस्टेंस, 2 ओम 1 ओम, 6 वोल्ट हो गए, डायोड 1 डायोड 2 बनाओ।
बना ली डायग्राम, हो गया। देखो assuming that two diodes D1 and D2 used in electric circuit shown in the diagram are ideal. Find the value of the current flowing through 1 ohm resistor. करंट ਦੀ ਵੈਲਿਊ ਫਾਈਂਡ ਕਰਨੀ ਹੈ 1 ohm resistor ਦੇ ਵਿੱਚ। ਕਰਿਓ ਫਾਈਂਡ। जल्दी 2 2 1 1 ohm resistor ਦੀ ਕਰੰਟ ਦੀ ਵੈਲਿਊ ਫਾਈਂਡ ਕਰਨੀ ਹੈ। किमें करोगे? 6 ही आएगा सर। कितना आंसर होगा? नहीं, लगाओ दिमाग लगाओ। दो डायोड ने D1 D2, ठीक है, आइडियल ने वैल्यू फाइंड करनी है करंट फ्लोइंग थ्रू 1 ohm resistor। 1 ohm resistor च कितना करंट फ्लो कर रहे हैं, ਇਹਦੇ ਲਈ ਤੁਹਾਨੂੰ ਰੈਜ਼ਿਸਟੈਂਸ ਚਾਹੀਦੀ ਹੈ। ਕੀ ਚਾਹੀਦੀ ਹੈ? ਵੋਲਟੇਜ ਤੁਹਾਨੂੰ ਪਤਾ ਹੈ, V ਤੁਹਾਨੂੰ 6 ਪਤਾ ਹੈ, ਤੁਸੀਂ ਇਹਦੇ ਵਿੱਚ ਕਰੰਟ ਫਾਈਂਡ ਕਰਨਾ ਹੈ। ਤੁਹਾਨੂੰ ਪਤਾ ਕਰੰਟ ਦਾ ਫਾਰਮੂਲਾ ਕੀ ਹੁੰਦਾ ਹੈ? I = V/R। V ਤੁਹਾਨੂੰ 6 ਪਤਾ ਹੈ, ਸਾਰੀ ਗੇਮ ਹੀ R ਦੀ ਹੈ, ਉਰੇ ਤੁਹਾਨੂੰ R ਚਾਹੀਦਾ ਹੈ। ਦੇਖੋ ਫਿਰ 1 ਹੋਊਗਾ, ਇਹਦੇ ਵਿੱਚੋਂ ਕਰੰਟ ਬਣੇ। ਹੁਣ ਇਹਦੇ ਵਿੱਚੋਂ ਕਰੰਟ ਉੱਪਰਲੇ ਤਾਂ ਵੀ ਫਰਕ ਪਾਣਗੇ, ਇਹ ਥੋੜੀ ਵੀ ਕਰੰਟ ਇਹਦੇ ਵਿੱਚ ਹੀ ਆਊਗਾ, ਠੀਕ ਹੈ। ਆ ਵੋਲਟੇਜ ਸਭ ਕੋਲ ਜਾ ਰਹੀ ਹੈ, ਠੀਕ ਹੈ, ਵੋਲਟੇਜ ਚਲੋ ਮੰਨਿਆ। ਹੁਣ ਇਹਦੇ ਵਿੱਚ ਚੱਕਰ ਹੀ ਰੈਜ਼ਿਸਟੈਂਸ ਦਾ ਪੈਣਾ। ਲਗਾਓ ਦਿਮਾਗ, ਰੈਜ਼ਿਸਟੈਂਸ ਕਿਵੇਂ ਫਾਈਂਡ ਕਰੋਗੇ? ਲਗਾ ਹਰਸ਼ ਦਿਮਾਗ। सर सीरीज पैरेलल में ਕੀ ਇਥੋਂ ਰੈਜ਼ਿਸਟੈਂਸ ਦਾ ਚੱਕਰ ਹੈ, ਬਸ ਲਗਾਓ ਥੋੜਾ ਦਿਮਾਗ। ਐਵੇਂ ਥੋੜੀ ਮੈਂ ਹੀ ਦੱਸੂਗਾ ਤਾਂ ਤੁਸੀਂ ਆਪਣਾ ਵੀ ਤਾਂ ਲਗਾਓ ਕੁਝ ਦਿਮਾਗ। ਪੈਰਲਲ ਵਾਲਾ ਫਾਰਮੂਲਾ ਕਿਹਦੇ ਵਿੱਚ? ਪਹਿਲੇ ਦੋ ਤਾਂ ਪੈਰਲਲ ਨੇ, 3 ਤੇ 2 ਵਾਲੇ, ਠੀਕ ਹੈ, ਪੈਰਲਲ ਜਿਹਨੇ ਨਾ ਉਹ ਲਗਾਇਓ ਫਾਰਮੂਲਾ, ਦੇਖੋ ਰੈਜ਼ਿਸਟੈਂਸ ਕਿੰਨੀ ਆਉਂਦੀ। 1 आएगा। ਉਹੀ ਲੱਗੂਗਾ ਪੁੱਤਰ, ਆ ਪੈਰਲਲ ਚ ਹੋ ਜਾਣਗੇ ਨਾ ਦੋਨੋਂ, 1 ਬਟ 5/6 5/6 ਕਿਵੇਂ? 5/6 ਕਿਵੇਂ 1/R की वैल्यू बड़ी है सर। ਕਿਵੇਂ ਆਈ ਹੈ? पैरेलल वाला फॉर्मूला ਕਿਵੇਂ ਲਗਾਇਆ? 1/3 3 ਕਿਵੇਂ ਆਇਆ? वो 2 है वो मैं देखा। सर 12 आंसर है। ਵੈਸੇ ਤੂੰ ਜਿਹੜਾ ਕੀਤਾ ਠੀਕ ਹੈ, 3 ਆਣਾ ਚਾਹੀਦਾ। ਕਿਵੇਂ ਆਊਗਾ ਹਰਸ਼ 3? ਸੋਚਣਾ ਨਹੀਂ ਕਰਨਾ। सीरीज में आई है। ਆ ਵੀ ਲਿਖ ਲਿਓ ਨਾਮ, ਆ ਵੀ ਪੁਆਇੰਟ ਲਿਖ। ਪਹਿਲਾਂ ਤਾਂ ਉਹਦਾ ਪੈਰਲਲ ਲਾ ਕੇ A B ਆ ਇਹਦੇ ਤੋਂ ਪਤਾ ਲੱਗ ਜਾਣਾ ਤੁਹਾਨੂੰ। D ਆ ਹੈਗਾ C ਪੁਆਇੰਟ, ਆ ਹੈਗਾ E, ਆ ਹੈਗਾ F। ਪਹਿਲਾਂ ਪੈਰਲਲ ਲਗਾ ਕੇ ਉਹ ਇੱਕ ਆ ਜਾਊਗਾ, ਫਿਰ ਥੱਲੇ ਵਾਲਾ ਇੱਕ ਉਹਦੇ ਵਿੱਚ ਪਲੱਸ ਹੋ ਜਾਊਗਾ। ਕਿਹੜੇ ਪੈਰਲਲ ਨੇ? ਆ ਦੋਨੋਂ ਪੈਰਲਲ ਲੱਗੇ 1/2 1/2 1 ਹੋ ਜਾਊਗਾ, ਹੈ ਨਾ। ਪਰ ਆ ਜਿਵੇਂ ਇਹਨੇ ਕਿਤੋਂ ਉਵੇਂ ਠੀਕ ਹੈ। 5/6 ਆਉਂਦਾ, 6/5 ਆਉਂਦਾ। 1/R का ਹਾਂ ਉਹ ਤਾਂ ਹੀ ਆਊਗਾ ਜਦੋਂ 1/3 + 1/2 ਹੋਊਗਾ। ਹੁਣ ਇੱਥੇ 3 ਚਾਹੀਦਾ, ਕਿਵੇਂ ਆਊਗਾ? सर पहले इन्होंने सीरीज का कर लिया, उसके बाद नीचे वाले सर 2 सीरीज के हैं। ਨੀਚੇ ਵਾਲੇ ਦੋ ਕਿਵੇਂ ਸੀਰੀਜ਼? ये DCE है। D CE है। ਕਿਵੇਂ ਸੀਰੀਜ਼ ਨੇ? ऐसे फिर ऊपर वाले को क्या है? ਦੇਖ D ਕਿਵੇਂ ਸੀਰੀਜ਼ ਨੇ? ਰੈਜ਼ਿਸਟੈਂਸ R, ਚਲੋ ਇੱਕ ਹਿੰਟ ਹੋਰ, ਜਿਹੜੇ RAB ਹੈ ਨਾ, ਇਹਦੀ ਰੈਜ਼ਿਸਟੈਂਸ ਕਹਿੰਦੇ 3 ਹੈ। ਕਿਵੇਂ 3 ਆ? ਕਿਵੇਂ 3 ਹੋ? RAB ਰੈਜ਼ਿਸਟੈਂਸ ਇਹ ਚੀਜ਼ ਦੀ 3 ਹੈ, ਕਿਵੇਂ 3 ਹੋ? ਹਰਸ਼ ਦੱਸ। RAB ਦੀ ਵੈਲਿਊ 3 ਹੈ ਕਹਿੰਦੇ। क्वेश्चन पढ़ लियो फिर एक बार। Assuming that two diodes D1 and D2 used in electric circuit shown in diagram
are ideal. Find out the value of the current flowing through 1 ohm resistor. 1 ohm resistor ਦੇ ਵਿੱਚ ਕਿੰਨਾ ਕਰੰਟ ਫਾਈਂਡ ਕਰਿਆ, ਕਿਵੇਂ ਕਰੋਗੇ ਇਹਨੂੰ? V ਦੀ ਵੈਲਿਊ 6 ਹੈ, R ਦੀ 2 ਜਿਹੜੀ ਕੱਢੀ ਉਹ ਠੀਕ ਹੈ, ਬਟ ਉਹ ਕਿਵੇਂ ਕਰ ਸਕਦੇ ਆਪਾਂ ਸੋਲਵ? R A B ਮੈਂ ਤੁਹਾਨੂੰ ਦੱਸਤਾ 3 ਹੈ, ਕਿਵੇਂ R A B 3 ਕਿਵੇਂ ਹੋ ਸਕਦਾ? ਉਹ ਤੇ ਧਿਆਨ ਨਾਲ ਦੇਖੋ, ਪੈਰਲਲ ਚ ਤਾਂ ਆ ਦੋਨੋਂ ਨੇ, ਜੇ ਇੱਥੋਂ ਸਰਕਟ ਸਟਾਰਟ ਕਰਦੇ ਹੋ ਆ ਤੇ ਆ ਤਾਂ ਸੀਰੀਜ਼ ਚ ਹੋਣਗੇ, ਜੇ ਇਸ ਪੁਆਇੰਟ ਤੋਂ ਇਸ ਪੁਆਇੰਟ ਤੇ ਦੁਬਾਰਾ ਜਾਣਾ ਹੈ ਤਾਂ ਜਦ ਦੇਖਿਓ ਰਸਤਾ, ਜਾਂ ਇਧਰੋਂ ਸ਼ੁਰੂ ਕਰ ਲਾ, ਠੀਕ ਹੈ? ਆ ਦੋਨੋਂ ਪੈਰਲਲ ਚ ਨਹੀਂ ਹੋ ਸਕਦੇ, ਇਹ ਦੋਨੋਂ ਕਿੱਥੇ ਹੋਣਗੇ? ਇਹ ਸੀਰੀਜ਼ ਚ ਹੋਣਗੇ। ਪੈਰਲਲ ਚ ਕਿਹੜਾ ਹੋਊਗਾ? ਹੁਣ ਇੱਥੇ ਦੇਖੋ ਉਰੇ ਕਿੰਨੇ ਰਸਤੇ ਨਿਕਲ ਗਏ, 1 2 3, ਮਤਲਬ ਆ ਦੋਨੋਂ ਪੈਰਲਲ ਚ ਹੋ ਗਏ, ਆ ਵਾਲੇ ਤੇ ਆ ਵਾਲੇ ਕਿੱਥੇ ਹੋ ਜਾਣਗੇ? ਸੀਰੀਜ਼ ਚ ਹੋਣਗੇ। ਕਿੱਥੇ ਹੋਣਗੇ? ਮਤਲਬ ਨੈਟ ਰੈਜ਼ਿਸਟੈਂਸ ਉਰੇ ਕਿੰਨੀ ਹੋਊਗੀ? RAB ਦੀ 2 + 1 3। ਇੱਥੇ ਕੀ ਪ੍ਰੋਬਲਮ ਆਉਂਦੀ ਹੈ? ਇੱਥੇ ਪਤਾ ਕੀ ਚੀਜ਼ ਨਹੀਂ ਲੱਗਦੀ, ਇਹਨੂੰ ਤੁਸੀਂ ਸਮਝੇ ਨਾ ਪੈਰਲਲ ਚ ਨੇ, ਕਿਚ ਨੇ, ਬਟ ਜੇ ਤੁਸੀਂ ਇਹਦੀ ਰੈਜ਼ਿਸਟੈਂਸ ਫਾਈਂਡ ਕਰਨੀ ਹੋਵੇ ਨਾ, ਇਹਦੀ ਰੈਜ਼ਿਸਟੈਂਸ RAB ਫਾਈਂਡ ਕਰਨਾ ਹੈ ਤਾਂ RAB ਸਿੱਧਾ ਨਹੀਂ ਤੁਸੀਂ 2 ਕਹਿ ਸਕਦੇ, ਤੁਸੀਂ ਆ ਵੀ ਦੇਖੋ ਇਹਨਾਂ ਚੀਜ਼ਾਂ ਜੁੜੀਆਂ ਹੋਈਆਂ ਨੇ। ਹੋਰ ਪਹਿਲਾਂ ਆ ਤੇ ਆ ਕਿਚ ਨੇ? ਸੀਰੀਜ਼ ਚ ਨੇ, ਆ ਹਰ ਕਿਚ ਨੇ? ਸੀਰੀਜ਼। 2 + 1 ਕਿੰਨਾ ਹੋ ਗਿਆ? 3। ਹੁਣ ਇਹਦੀ ਕਿੰਨੀ ਹੈ? 2 ਹੈ, ਇਹਦੀ ਕਿੰਨੀ ਹੈ? ਹੁਣ ਆਪਾਂ ਜੇ ਨੈਟ ਫਾਈਂਡ ਕਰਨਾ ਵੀ ਕਿਵੇਂ ਕਰਾਂਗੇ? 1/r = 1/3 + 1/2। ਆ ਕਿੰਨਾ ਨਿਕਲ ਜੂਗਾ ਦੇਖਿਓ? 5/6 ਕਿੰਨਾ ਨਿਕਲ ਗਿਆ? 5/6 r ਡੈਸ਼ ਕਰੋਗੇ ਤੇ r ਡੈਸ਼ ਦੀ ਵੈਲਿਊ ਕਿੰਨੀ ਆ ਗਈ? 6/5। ਕਿੰਨੀ ਆ ਗਈ? ਹੁਣ ਤਾਂ ਨਿਕਲ ਜੂਗਾ, ਲਗਾ ਲਓ 6 ਉਹ ਹੈ, 6/5 ਆ ਹੈ, 6 ਨਾਲ 6 ਕੈਂਸਲ, ਆਂਸਰ 5 ਉੱਪਰ ਚਲ ਗਿਆ। ਕਿੰਨਾ ਆਂਸਰ ਆ ਗਿਆ? ਲੱਗਿਆ ਪਤਾ? ਹਰਸ਼ ਐਵੇਂ ਨਹੀਂ ਕਿ ਵੀ ਥੱਲੇ ਥੱਲੇ ਪਏ ਨੇ, ਪਰ ਇਹਦੇ ਅਕੋਰਡਿੰਗਲੀ ਦੇਖਿਓ, ਸਰਕਟ ਦੇ ਅਕੋਰਡਿੰਗਲੀ। ਲੱਗ ਗਿਆ ਪਤਾ ਲక్ష్ਮੀ? ਚਲੋ ਵੀ ਅਗਲਾ ਕੁਐਸਚਨ ਕਰੀਏ। ਬਾਅਦ ਵਿੱਚ ਫਾਈਂਡ ਹੋਊਗਾ ਆ ਬਸ ਕਰਾਂ, ਹਾਂ ਬਾਅਦ ਚੋਂ ਕੱਢ ਕੇ ਰੈਜ਼ਿਸਟੈਂਸ ਇੱਥੇ ਪੁੱਟ ਕਰਤਾ ਆਪਾਂ, ਕਰੰਟ ਨਿਕਲਿਆ ਆਪਣੇ ਕੋਲ 5 ਐਂਪੀਅਰ। ਲਿਖਿਓ ਨੈਕਸਟ ਕੁਐਸਚਨ। The photodiodes D1 ਆ ਤਾਂ ਪਿਛਲੇ ਸਾਲ ਹੀ ਆਇਆ, 19 ਜੀ ਆਇਆ ਹੋਇਆ, D2 and D3 are made of semiconductors having bands band gap of 2.5। लक्ष्मी आज भी नहीं आया मित्र। 2.5 40 मिनट वाला 2.5 इलेक्ट्रॉन वोल्ट, 2 इलेक्ट्रॉन वोल्ट एंड 3 इलेक्ट्रॉन वोल्ट। तिन्ना ने बैंड गैप देते उन्होंने, ठीक है, रिस्पेक्टिवली विच ऑफ देम विल नॉट? 2.5 इलेक्ट्रॉन वोल्ट, फिर हैगा 2 इलेक्ट्रॉन वोल्ट, लास्ट हैगा 3 इलेक्ट्रॉन वोल्ट। निकले कहते विच ऑफ देम विल नॉट बी able to detect light of wavelength 600 नैनोमीटर। उम्मीद है भी इन्ना तो दस ही दोगे। हम तिन्ने डियोड के बैंड गैप दसते उन्होंने, वेवलेंथ दसती, वो आ पूछ रहे हैं कि भी ये तिन्ना विचों केड़ा इनू डिटेक्ट कर दूगा लाइट नू 600 नैनोमीटर। क्वेश्चन आ रहा है, देखो जल्दी फिर जी किवें करोगे। मेरी गल सुनो, ਇਹਦਾ ਤੁਸੀਂ ਵੇਵਲੈਂਥ ਦਿੱਤੀ ਹੋਈ ਹੈ ਨਾ ਇਹਦੀ, ਇਹਦਾ ਤੁਸੀਂ એનર્ਜੀ ਕੱਢ ਲੋਗੇ ਕਿਹੜਾ ਫਾਰਮੂਲਾ ਲਾ ਕੇ? hc/λ, hc/λ ਲਾ ਕੇ ਕੱਢ ਲੋਗੇ। ਉਹ એનર્ਜੀ ਦੀ ਵੈਲਿਊ ਤੁਸੀਂ ਦੇਖ ਲਓ ਵੀ ਤਿੰਨਾਂ ਡਿਓਡਸ ਤੇ ਕਿੰਨਾ ਮੈਚ ਕਰਦੀ ਹੈ। ਜਿਹਦੇ ਨਾਲ ਮੈਚ ਕਰ ਗਈ ਉਹਨੇ ਡਿਟੈਕਟ ਕਰ ਜਾਣਾ, ਜਿਹਦੇ ਨਾਲ ਨਾ ਕਰੀ ਉਹਨੇ ਕਰਨਾ ਨਹੀਂ। ਲੱਗ ਗਿਆ ਪਤਾ ਲక్ష్ਮੀ? ਕਰਿਓ ਜਰਾ ਦੇਖਿਓ। E = hc/λ लगाओ, E = hc/λ।
एच की वैल्यू कितनी होती है 6.6 इंटू 10 पावर -34, सी की वैल्यू 3 इंटू 10 पावर 8, लैम्डा कितना गिवन है 600 नैनोमीटर। तो भी कैलकुलेट करो जरा। सर 600 नैनोमीटर को मीटर में भी करना। हाँ इनको कैलकुलेट कर लो। मे बी ये आंसर आना चाहिए थोड़ा 2.06 आना चाहिए। देखो मेरा आंसर इलेक्ट्रॉन वोल्ट से आंसर कटना है। फिर आप की करते होंगे जे इलेक्ट्रॉन वोल्ट से कटना होगा डिवाइडेड बाय इलेक्ट्रॉन चार्ज डिवाइडेड बाय की करते होंगे आप 1.6 into 10 -19 डिवाइड तो नहीं करते होंगे जे इलेक्ट्रॉन वोल्ट से आंसर कटना होगा 3.3 ये भी करना तो मल्टीप्लाई। देखो कितना आंसर 19 ਤੇ 9 ਤਾਂ 28 हो गए 6 हाँ हो जाना तो 28 6 उधर रह गया 2 3.3 upon 1.6 देखो कितना ध्यान देखो ध्यान दा भी है पावर्स में आ जाएगी पावर्स कैंसिल हो जानी सारी 33 upon 16 हाँ फिर ठीक है 33 upon 16 33 upon 16 अंदर और लगभग की होगा 2.03 होगा 2.03 ਹੁਣ ਦੇਖੋ ਵੀ ਜਿਹੜੇ ਤਿੰਨੋਂ ਬੈਂਡ ਗੈਪ ਲਿਖਾਏ ਨੇ ਮੈਂ D1 D2 D3 ਉਹਦੇ ਵਿੱਚ ਮੈਚ ਕਿਹਦੇ ਨਾਲ ਕਰ ਰਿਹਾ D2 ਨਾਲ ਕਰਦਾ ਮੈਂ ਦੇਖੋ D2 ਨਾਲ ਕਰਦਾ मतलब कि D1 ਤੇ D3 नहीं देंगे ਤੇ ਦਊਗਾ ਕੌਣ डिटेक्ट कौन करूगा D2 करूगा। क्वेश्चन सौखा ही है पुत्र पेपर छड्ड के बहुत जाने आ जाते हैं कुछ नहीं करना बस ई कढ़ना HC upon लैम्डा लाके फिर की करना है वो तीनों नाल मैच कर लो मैच करके देख लो अप्रोक्सीमेटली D2 कर रहे हैं नाल मैच मतलब D2 डिटेक्ट करूगा D1 ते D3 डायोड डिटेक्ट कटेगा करीब बड़ा उनको तो हो गया फिर लग गया पता D1 ते D3 नहीं करेंगे और अगला क्वेश्चन करोगे लक्ष्मी आप ये नाल दे चलो इलेक्ट्रॉन वोल्ट से कढ़ने जब ਆਪਾਂ ਨੂੰ ਕੱਢਣੇ ਇਲੈਕਟ੍ਰੋਨ ਵੋਲਟ ਚ ਪੈਣਾ ਸੀਗਾ ਕਿਉਂਕਿ ਆਪਾਂ ਨੂੰ ਦਿੱਤੇ ਉਹ ਇਲੈਕਟ੍ਰੋਨ ਵੋਲਟ ਤੇ ਹੋਏ ਸੀਗੇ ਤਾਂ ਆਪਾਂ ਆਨਸਰ ਵੀ ਇਲੈਕਟ੍ਰੋਨ वोल्ट ਚ ਕੱਢਣਾ ਸੀ ये भी कर सकते हैं सर जैसे 2.5 into इलेक्ट्रॉन वोल्ट है हाँ अब सर यहाँ पे E की वैल्यू पुट हाँ ई दे करके देख लो वो करके देखो उसके बाद लिखे क्वेश्चन अगे ए पीएन photodiode is fabricated from a semiconductor with a band gap of अभी आया है 19 with a band gap of range of 2.5 to 2.8 electron volt 2.5 to 2.8 electron volt calculate the range of wavelength 2.5 फिर इंग्लिश 2.8 electron volt 2.8 calculate the range of wavelength of the radiation which can be detected by photodiode which can be detected by photodiode मतलब इथे की पूछ की रहे ने फिर तो वेवलेंथ दी रेंज पूछ रहे ने मतलब ਤੁਸੀਂ ਕੀ फाइंड करना है वेवलेंथ बैंड गैप देते हुए ना देखो देते हुए ना बैंड गैप वेवलेंथ लिए केड़ा फार्मूला लगाओगे फिर लगना तो पता ही है लगना ही है एक बार आ ਤੁਹਾਨੂੰ गिवन है ठीक है ਇਹਨੂੰ लैम्डा 1 कह ਦਿਓ ਉਹਦਾ ਪੁੱਟ ਕਰ ਦਿਓ ਫਿਰ लैम्डा 2 कह ਦਿਓ निकल जूगा लैम्डा 1 लैम्डा 2 हो गया अपन को पता लग जाना
ਇਲੈਕਟ੍ਰੋਨ ਵੋਲਟ ਦਿੱਤਾ ਹੋਇਆ ਨਾ, ਇਹ ਤਾਂ ਲੋੜ ਹੀ ਨਹੀਂ ਇਲੈਕਟ੍ਰੋਨ ਵੋਲਟ। ਆ ਦੇਖੋ ਇੱਧਰ E = hc/λ ਹੈ। ਪਹਿਲੀ ਵਾਰ ਚ ਬੈਂਡ ਗੈਪ ਕਿੰਨਾ ਦਿੱਤਾ ਹੋਇਆ ਦੇਖੋ 2.5। ਵੇਵਲੈਂਥ ਆਪਾਂ ਐਂਗਸਟ੍ਰੋਮ ਚ ਕੱਢਣੀ ਹੈ, ਕੱਢਣਾ ਪੈਣਾ ਨੂੰ। ਦੇਖੋ 2.5 ਮੀਟਰ ਦਿੱਤੀ ਹੋਈ ਹੈ, 2 ਮਿੰਟ। 2.5 ਇਲੈਕਟ੍ਰੋਨ ਵੋਲਟ, h ਦੀ ਵੈਲਿਊ 6.6 10⁻34, c ਦੀ ਵੈਲਿਊ 3 × 10⁸ upon lambda। lambda ਇੱਧਰ ਲੈ ਜਾਓ, 1 ਪਾ ਲਿਓ ਚਾਹੇ ਪੈਰ 'ਚ, ਬਾਕੀ ਸਾਰੇ ਇਹਨੂੰ ਸੋਲਵ ਕਰ ਲਓ, ਇਹਨੂੰ ਸਾਰੇ ਨੂੰ ਸੋਲਵ ਕਰ ਲਓ, ਕਰ ਲਿਓ। ਫਿਰ ਉਹ ਆਪਣੇ ਕੋਲ ਵੇਵਲੈਂਥ ਇਹ ਤਾਂ ਮੀਟਰ 'ਚ ਕੱਢਣੀ ਹੈ, ਫਿਰ ਤਾਂ ਤੁਹਾਨੂੰ ਜਾਊ 'ਚ ਹੀ ਰੱਖਣਾ ਪੈਣਾ ਕਿਉਂਕਿ ਐਸਆਈ ਯੂਨਿਟ ਹੁੰਦੇ ਉੱਧਰ। ਤਾਂ ਇਲੈਕਟ੍ਰੋਨ ਵੋਲਟ 'ਚ ਕਰ ਹੀ ਲਓ ਚੇਂਜ 1.6 10⁻19 ਤਾਂ ਇਲੈਕਟ੍ਰੋਨ ਵੋਲਟ ਹੀ ਰਹੂਗਾ। ਕਰਿਓ ਕੈਲਕੂਲੇਟਰ। ਸਿਮਿਲਰਲੀ ਹਰਸ਼ ਦੂਜਾ ਵੀ ਉਵੇਂ ਸੋਲਵ ਕਰ ਦੇਣਾ ਆਪਾਂ, ਦੂਜੀ ਵਾਰ ਦੂਜਾ ਬੈਂਡ ਗੈਪ ਲੈ ਲਾਂਗੇ, ਆਪਣੇ ਕੋਲ ਰੇਂਜ ਆ ਜੂਗੀ। ਫਿਰ नैनोमीटर में से पानी ਇਹ ਤਾਂ ਤੁਸੀਂ ਦੇਖੋ ਕਿੱਥੇ ਆਉਂਦਾ, ਨੈਨੋਮੀਟਰ 'ਚ ਆਣਾ ਹੀ ਨਹੀਂ, ਐਂਗਸਟ੍ਰੋਮ 'ਚ ਹੀ ਆਊਗਾ। नहीं नैनोमीटर में से निकालना भी है। ਨੈਨੋਮੀਟਰ 'ਚ ਦੇਖ ਲਓ, ਤੁਹਾਨੂੰ ਪਤਾ ਲੱਗ ਜਾਏ ਵੀ ਨੈਨੋਮੀਟਰ 'ਚ ਨਿਕਲਦਾ ਐਂਗਸਟ੍ਰੋਮ 'ਚ ਨਿਕਲਦਾ। ਨੈਨੋ ਕਿਆ ਹੁੰਦਾ 10⁻9, ਐਂਗਸਟ੍ਰੋਮ ਕਿੰਨਾ ਹੁੰਦਾ 10⁻−10। ਉਹ ਦੇਖ ਲਓ ਕਿਵੇਂ ਨਿਕਲਦਾ ਤੁਹਾਡੇ ਕੋਲ। ਵੈਸੇ ਜਦੋਂ ਜ਼ਿਆਦਾਤਰ ਰੇਂਜ ਕੱਢਦੇ ਹੁੰਦੇ ਨਾ, ਯਾਦ ਰੱਖਿਓ ਐਂਗਸਟ੍ਰੋਮ ਦੇ ਵਿੱਚ ਕੱਢਿਆ ਕਰੋ, -10 ਬਣਨਾ ਚਾਹੀਦਾ ਨਾਲ, ਆਹ ਯਾਦ ਰੱਖਿਓ ਬਸ। ਪਹਿਲੇ ਵਾਲੇ ਨੂੰ ਸੋਲਵ ਕਰਿਓ ਜਰਾ, ਆਈ ਥਿੰਕ ਬਣਨਾ ਚਾਹੀਦਾ ਤੁਹਾਡਾ। ਇਹਨੂੰ ਸੋਲਵ ਕਰੋਗੇ 4965 ਐਂਗਸਟ੍ਰੋਮ ਬਣੂਗਾ, 4965 ਐਂਗਸਟ੍ਰੋਮ। ਸਿਮਿਲਰਲੀ ਦੂਜੀ ਦੀਵਾਰ ਐਵੇਂ ਫਾਈਂਡ ਕਰਿਓ। ਦੂਸਰੀ ਦੀਵਾਰ ਨੂੰ ਫਰਕ ਕੀ ਆਣਾ, ਕੀ ਫਰਕ ਆਣਾ ਦੱਸੋਗੇ ਜਰਾ। 2.5 ਜਗ੍ਹਾ ਕੀ ਆ ਜਾਊਗਾ 2.8। ਇੱਥੇ ਲੈਮਡਾ 2 ਕਰ ਦਿਓ 2.8, ਫਿਰ ਦੇਖੋ ਵੈਲਿਊ ਕਿੰਨੀ ਆਉਂਦੀ ਹੈ 2.8 ਕਰਕੇ। ਇਹਨੂੰ ਸੋਲਵ ਕਰਕੇ मैं एंगस्ट्रॉम रहता है पूरा ऊपर जीरो ऊपर चल गया नहीं कहते गलती कितनी है देख -19 -19 प्लस 27 हो गया 27 तो फिर माइनस नहीं होगी 8 1 9 अप्रोक्सीमेटली इतना का है ना। फिर कर लो कैलकुलेटर में, अलाउड हैगा तुम कैलकुलेटर या आप हाँ ਇਹਨੂੰ ਸੋਲਵ ਕਰੋਗੇ ਤਾਂ 4433 ਐਂਗਸਟ੍ਰੋਮ ਆਊਗਾ ਆਨਸਰ। ਕਿੰਨਾ ਆਊਗਾ 4433। ਪਹਿਲਾਂ ਕਿੰਨਾ ਸੀਗਾ 4 ਦੇਖੋ 4965 मतलब रेंज क्या है 4433 एंगस्ट्रॉम तो कितने तक का रेंज 49655 आ रेंज निकल गई बस। आया उस पेपर 3 नंबर के क्वेश्चन पीछे 49 3 नंबर के क्वेश्चन आए थे पिछले साल हाँ पिछले से पिछले साल क्यों 2019 का। अच्छा हाँ 2019 सर ये साल ऐसे निकला पता नहीं लगा। चलो भी हो गया। अगला क्वेश्चन देखो how do you obtain steady DC output from pulsating voltage ਕਿਵੇਂ ਕਰ ਸਕਦੇ ਹੋ ਤੁਸੀਂ। ਕੋਈ ਇੱਕ ਵੇਰੀ ਕਰ ਰਹੀ ਹੈ ਵੋਲਟੇਜ, ਉਹਨੂੰ ਡੀਸੀ ਬਣਾਉਣਾ ਹੈ। ਸੋਚੋ ਜਰਾ ਯਾਦ ਕਰੋ ਕਿਤੇ ਕੋਈ ਇਹੋ ਜਿਹੀ ਬੰਦ ਹੈ ਜਿਹਦੇ ਵਿੱਚ ਪਲਸੇਟਿੰਗ ਦਾ ਮਤਲਬ ਆ ਹੁੰਦਾ ਏਸੀ ਹੈ ਨਾ। ਏਸੀ ਤੋਂ ਡੀਸੀ ਬਣਾਉਣਾ, ਕਿਹਨੇ ਏਸੀ ਤੋਂ ਡੀਸੀ ਬਣਾਇਆ ਸੀਗਾ
याद करो मैं करवाया तो जरूर होएगा भी एसी और डीसी बनाने वाला काम किने डिनर डियोड नहीं लो बैटरी 10% चार्ज। कोई ना 15 ਸੀ ਤੋਂ ਪਹਿਲਾਂ ਅੱਛਾ ਏਸੀ ਨੂੰ ਆਪਾਂ ਡੀਸੀ ਬਣਾਉਣਾ ਪਲਸੇਟਿੰਗ ਵੋਲਟੇਜ ਦਾ ਮਤਲਬ ਹੁੰਦਾ ਏਸੀ ਵੋਲਟੇਜ ਠੀਕ ਹੈ ਏਸੀ ਨੂੰ ਡੀਸੀ ਚ ਕਨਵਰਟ ਕੌਣ ਕਰਦਾ ਹੁੰਦਾ the device which convert bidirectional current is known as rectifier ਕੌਣ ਕਰਦਾ ਹੁੰਦਾ ਰੈਕਟੀਫਾਇਰ ਲਿਖਵਾਇਆ ਹੋਇਆ ਪਰ ਪੇਪਰ 'ਚ ਐਵੇਂ ਆਇਆ ਹੋਇਆ ਉਹਦੇ ਛੱਡ ਕੇ ਆਇਆ ਨਾ ਅੱਧਿਆਂ ਨੇ ਕਿ ਵੀ ਆਹ ਚੀਜ਼ ਕੀ ਪੁੱਛ ਲਈ ਕਿ ਉੱਥੇ ਕੁਝ ਨਹੀਂ ਕੀਤਾ ਉਹਨਾਂ ਨੇ ਕੀ ਕੀਤਾ ਉੱਥੇ ਕਹਿੰਦਾ ਸਟੱਡੀ ਡੀਸੀ ਵੋਲਟੇਜ ਫਰੋਮ ਪਲਸੇਟਿੰਗ ਹੁਣ ਪਲਸੇਟਿੰਗ ਤਾਂ ਉਹਦੇ ਆਨੇ ਸਾਹਮਣੇ ਕਿ ਵੀ ਕੀ ਦਿੱਤਾ ਪਲਸੇਟਿੰਗ ਦਾ ਮਤਲਬ ਕੀ ਹੈ ਤੁਹਾਡੇ ਕੋਲ ਏਸੀ ਵੋਲਟੇਜ ਹੈ ਕੀ ਹੈ ਏਸੀ ਨੂੰ ਡੀਸੀ ਕਨਵਰਟ ਕੌਣ ਕਰਦਾ ਰੈਕਟੀਫਾਇਰ ਕੌਣ ਕਰਦਾ उल्टा भी डीसी को एसी ਡੀਸੀ ਨੂੰ ਏਸੀ ਕੌਣ ਕਰਦਾ ਪਤਾ ਨਹੀਂ ਇਨਵੇਟਰ ਕਿਵੇਂ ਉਹ ਬੈਟਰੀ ਲੱਗੀ ਹੋਈ ਉਹਦੇ ਥੱਲੇ ਬੈਟਰੀ ਹਮੇਸ਼ਾ ਡੀਸੀ ਦਿੰਦੀ ਹੁੰਦੀ ਹੈ ਉਹ ਇਨਵੇਟਰ ਦਾ ਕੰਮ ਕੀ ਹੈ ਉੱਪਰਲੇ ਦਾ ਉਹਨੂੰ ਡੀਸੀ ਨੂੰ ਕਿਹਦੇ ਕਨਵਰਟ ਕਰਦਾ ਆਪਾਂ ਤਾਂ ਏਸੀ ਨਾਲ ਹੀ ਚਲਾਉਂਦੇ ਹਾਂ ਸਭ ਕੁਝ ਆਪਣੇ ਘਰ 'ਚ ਹੁਣ ਏਸੀ ਚਾਹੀਦਾ ਉਹ ਬੈਟਰੀ ਤਾਂ ਡੀਸੀ ਹੈ ਇਨਵੇਟਰ ਦਾ ਕੰਮ ਕੀ ਹੁੰਦਾ ਫਿਰ ਉਹਦੇ ਵਿੱਚ ਇਨਵੇਟਰ 'ਚ ਹੁੰਦਾ ਕੀ ਹੈ ਕੀ ਹੁੰਦਾ ਹੋਊਗਾ डियोड सर ट्रांसफार्मर वो यार वो डीसी चल रही है उनकी लग गया ਹੁਣ ਪਤਾ ਦੇਖਿਓ ਇਹਦਾ ਆਨਸਰ a full wave rectifier a full wave rectifier using 4 diodes give a continuous using 4 diodes बट एक गल होर सुनो मैं उत्थे आ भी दिखाया सीगा कि बिल्कुल फ्लक्चुएशन नहीं खत्म होंदी फ्लक्चुएशन पहला हाफ वेव आया सीगा हाफ वेव च फ्लक्चुएशन होंदी सी याद रिपल फैक्टर करवांदा सी ਉਹ ਰਿਪਲ ਫੈਕਟਰ ਬਹੁਤ ਜ਼ਿਆਦਾ ਹੁੰਦਾ ਸੀ ਉਹਨੂੰ ਘੱਟ ਕਰਨ ਲਈ ਫਿਰ ਫੁੱਲ ਵੇਵ ਆਇਆ ਫੁੱਲ ਵੇਵ ਦੀ ਥੋੜਾ ਘਟਾਇਆ ਹੁਣ ਫੁੱਲ ਵੇਵ ਇੰਨਾ ਤਾਂ ਘਟਾ ਨਹੀਂ ਸਕਿਆ ਪਰ ਫੁੱਲ ਵੇਵ ਤੋਂ ਬਾਅਦ ਮੈਂ ਤੁਹਾਨੂੰ ਕਿਹਾ ਸੀ ਤੁਹਾਡੇ ਸਿਲੇਬਸ 'ਚ ਨਹੀਂ ਹੈਗਾ ਪਰ ਯਾਦ ਰੱਖਿਓ ਕੀ ਹਾਂ ਪੀਐਸਸੀ 'ਚ ਆਊਗਾ ਫਿਲਟਰ ਸਰਕਟ ਕਿਹੜਾ ਆਨਸਰ ਕੀ ਦੇਣਾ ਇਹਦਾ फिर जे तो पूछ लिया तो रेक्टिफायर भी दोगे ठीक है बट जो ज्यादा फिल्टर सर्किट लिखो ज्यादा ठीक होगा क्यों क्योंकि फिल्टर सर्किट जमा ही खत्म कर देता जमा ही स्टडी कर देता ਉਹਦੀ फ्लक्चुएशन क्या कर देता जमा ही खत्म कर देता लिखता रेक्टिफायर भी होगा तो भी ठीक है बट जे कई बार होंगे कि बढ़िया जो बंदा चेक करता होंगे पेपर च कहता कि फिल्टर ही लिखे जाओ तो दोनों रख लो कोई भी याद रखे लिख दो उत्थे ठीक है a full wave rectifier using 4 diode give a continuous unidirectional but वो इलेक्शन के लिए अच्छा but pulsating output voltage मतलब कि रेक्टिफायर ਤੁਹਾਨੂੰ यूनिडायरेक्शनल ਤਾਂ ਦਿੰਦਾ ਹੈ ਬਟ ਉਹ ਚ ਹੁੰਦੀ क्या है पल्स ਹੁੰਦੀ है ਉਹ ਚ वेरिएशन ਹੁੰਦੀ है थोड़ी बहुती ਹੁਣ नीचे मैं एक लाइन और लिखवा देना हाँ उसमें एसी में जो पल्स again the rectified output is passed through a filter circuit which remove the ripple आ गया ना ripple which remove the ripple through a filter circuit pass through a filter circuit which remove the ripple and an steady DC voltage is obtained and steady DC voltage is obtained कितनी बार क्वेश्चन आया नेम द सेमीकंडक्टर डिवाइस दैट कैन बी यूज्ड टू रेगुलेट एन अनरेगुलेटेड DC पावर सप्लाई फुल वेव रेक्टिफायर डायग्राम फुल वेव रेक्टिफायर कर ले तो बहुत बार आया रेक्टिफायर फोटो डायोड भी करवाया हुआ ना मेरा फोटो डायोड
ਆਏ ਹੋਏ ਆ ਫੋਟੋ ਡਿਓਡ ਵਾਲੇ ਕੁਐਸਚਨ। ਰੁਕ ਜਾ। ਹਾਂ ਨੋਟਸ ਤੇਰੇ ਕੋਲ ਸੀਗੇ ਹੈਗੇ ਹਾਂ ਫਿਰ ਹੈਗੇ ਆ। ਤੈਨੂੰ ਵੇਵ ਦੇ ਨੋਟ ਪਹਿਲਾਂ ਕਰਾ ਲਿਓ ਫੋਟੋ ਸਟੇਟ। ਉਹ ਚ ਵੇਵ ਵੀ ਹੋਣਾ ਤੇ ਇਲੈਕਟ੍ਰਿਸਿਟੀ ਵੀ ਹੋਣਾ। ਫਲੈਟ ਇਲੈਕਟ੍ਰਿਸਿਟੀ ਇਹਨੂੰ ਹੈਗੇ ਲੈ ਕੇ ਆਏ। खत्म ही नहीं होते सर, बहुत बड़े। जिनर तो कट करो, जिनर कट हो गया टाइम। वीआई करैक्टरिस्टिक्स बस आही है। जिन्ना करवाया होया सारा नोट्स ਵਿੱਚ ਪੜ੍ਹ ਲਿਓ। ਪੀਐਨ ਜੰਕਸ਼ਨ ਦੇ ਵਿੱਚ ਹੁਣ ਬਚਿਆ ਤਾਂ ਕੁਝ ਵੀ ਨਹੀਂ। ਪੀਐਨ ਜੰਕਸ਼ਨ ਦੇ ਵਿੱਚ ਬਚਿਆ ਤਾਂ ਕੁਝ ਵੀ ਨਹੀਂ। ਜਿਨਰ ਕੱਟਤਾ ਉਹਨਾਂ ਨੇ, ਠੀਕ ਹੈ। ਹੋਰ ਕੀ ਕੱਟਿਆ ਉਹਦੇ ਵਿੱਚ? ਜਿਨਰ ਹੀ ਸੀਗਾ ਉਹਦੇ ਵਿੱਚ। ਕਰੈਕਟਰਿਸਟਿਕਸ ਵੀ ਕੱਟਿਆ ਗਿਆ ਉਹਦੇ ਦੀਆਂ। जिनर डायोड एंड देयर कैरेक्टरिस्टिक्स, जिनर डायोड एज अ वोल्टेज रेगुलेटर, ਉਹ ਵੀ ਕੱਟਿਆ ਗਿਆ। ਵੋਲਟੇਜ ਰੈਗੂਲੇਟਰ ਵਾਲਾ ਵੀ ਕੱਟਿਆ ਗਿਆ। ਸੌਖਾ ਹੀ ਕਰਤਾ। ਤੁਸੀਂ ਬਚ ਕਿਹੜੇ ਗਏ? ਉਹ ਕੰਡਕਸ਼ਨ ਵੈਲੈਂਸ ਬੈਂਡ ਵਾਲਾ ਪੜ੍ਹ ਲਿਓ। ਪੀਐਨ ਜੰਕਸ਼ਨ ਵਾਲੇ, ਪੀ ਟਾਈਪ ਸੈਮੀਕੰਡਕਟਰ, ਉਹਦੀਆਂ ਰਿਵਰਸ ਤੇ ਫਾਰਵਰਡ ਬਾਇਸਿੰਗ, ਉਹਨਾਂ ਦੀ ਕਰੈਕਟਰਿਸਟਿਕਸ ਨੇ। ਜਿਹੜੇ ਗ੍ਰਾਫ ਬਣਦੇ ਹੁੰਦੇ ਆ ਇਹ ਜੇ ਯਾਦ ਕਰੋ। ਇਸ ਤਰ੍ਹਾਂ ਦਾ ਹੁੰਦਾ, ਰਿਵਰਸ ਦਾ ਐ ਹੋ ਜਾਂਦਾ ਹੁੰਦਾ। ਉਹ ਹੋ ਗਏ ਐਲਈਡੀ ਪੂਰਾ, ਫੋਟੋ ਡਿਓਡ, ਸੋਲਰ ਸੈੱਲ। ਤਿੰਨ ਹੁਣ ਤਾਂ ਆਹੀ ਬਚ ਗਏ। ਫੋਟੋ ਡਿਓਡ ਇਹਦਾ ਮੰਨ ਕੇ ਚੱਲੋ ਕਿ ਵੀ ਹਰ ਵਾਰ ਫੋਟੋ ਡਿਓਡ, ਐਲਈਡੀ ਤੇ ਸੋਲਰ ਸੈੱਲ ਚ ਅੱਗੇ ਕੰਪੀਟੀਸ਼ਨ ਹੁੰਦਾ ਸੀਗਾ ਕਿ ਵੀ ਅਸੀਂ ਫਿਜ਼ਿਕਸ ਵਾਲਾ ਸੋਚਦਾ ਹੁੰਦਾ ਸੀ ਵੀ ਤਿੰਨੇ ਚੋਂ ਪਾਈਓ ਕਿਹੜਾ। ਹੁਣ ਜਿਨਰ ਨਿਕਲ ਗਿਆ ਨਾ, ਜਿਨਰ ਹਮੇਸ਼ਾ ਅੱਗੇ ਚੱਲਦਾ ਹੁੰਦਾ ਸੀਗਾ। ਹੁਣ ਜਿਨਰ ਨਿਕਲ ਗਿਆ, ਹੁਣ ਮਤਲਬ ਚਾਂਸਸ ਕਿਤੇ ਵੱਧ ਗਏ। ਫੋਟੋ, ਸੋਲਰ ਤੇ ਐਲਈਡੀ। ਐਲਈਡੀ ਦੇ ਫੋਟੋ ਤੇ ਉਹਦੇ ਨਾਲ ਜ਼ਿਆਦਾ ਚੱਲਦੇ ਹੁੰਦੇ ਨੇ ਚਾਂਸ, ਇਸ ਲਈ ਤਿੰਨ ਰੱਟ ਕੇ ਲੈ ਜਾਇਓ। ਫੋਟੋ, ਐਲਈਡੀ ਤੇ ਸੋਲਰ, ਇਹ ਤਿੰਨੋਂ ਚ ਇੱਕ ਪੱਕਾ ਆਊਗਾ, ਠੀਕ ਹੈ। ਆਹ ਕੁਐਸਚਨ ਹੋ ਗਏ, ਠੀਕ ਹੈ। ਫਾਰਵਰਡ ਰਿਵਰਸ ਬਾਇਸਿੰਗ, ਡਿਪਲੀਸ਼ਨ ਰੀਜਨ। ਉਹ ਡਿਪਲੀਸ਼ਨ ਰੀਜਨ ਤੇ ਡਿਪਲੀਸ਼ਨ ਲੇਅਰ ਮੈਂ ਲਿਖਵਾਇਆ ਹੋਇਆ ਨੋਟਸ ਦੇ ਵਿੱਚ ਕੀ ਹੁੰਦਾ, ਉਹ ਚੰਗੀ ਤਰ੍ਹਾਂ ਪੜ੍ਹ ਕੇ ਜਾਇਓ। ਇਹ ਹੈ ਨਹੀਂ ਚੈਪਟਰ 'ਚ ਕੁਛ, ਇਹ 'ਚ ਆਹ ਥਿਓਰੈਟੀਕਲ ਹੀ ਹੈ। ਇਹ 'ਚ ਨਿਊਮੈਰੀਕਲ ਤਾਂ ਹੈ ਹੀ ਨਹੀਂ। ਇਹ 'ਚ ਨਿਊਮੈਰੀਕਲ ਨਹੀਂ ਹੈਗੇ, ਮਤਲਬ ਕਿੱਚੋਂ ਆਉਣਾ ਸਾਰਾ? ਥਿਊਰੀ 'ਚੋਂ ਆਉਣਾ ਪੇਪਰ। ਜੇ ਥਿਊਰੀ ਹੋਵੇ ਉਹ ਤਾਂ ਨੰਬਰ ਪੱਕੇ ਹੁੰਦੇ ਨੇ, ਠੀਕ ਹੈ। ਥਿਊਰੀ ਪੜ੍ਹਨੀ ਹੋ ਹੈ, ਜਿੰਨੀ ਮੈਂ ਲਿਖਵਾਈ ਹੋਈ ਬਹੁਤ ਹੈ, ਮੋਰ ਦੈਨ ਸਫੀਸ਼ੀਐਂਟ ਹੋ। ਪੜ੍ਹ ਕੇ ਜਾਇਓ ਉਹਨੂੰ। ਆਹ ਕੁਐਸਚਨ ਨੇ, ਇਹ ਤੋਂ ਵੱਧ ਆਇਆ ਨਹੀਂ ਹੋਇਆ ਕੁਛ, ਚੁੱਪ ਨਹੀਂ ਆਇਆ ਕੁਛ। ਲੱਗ ਗਿਆ ਹੁਣ ਪਤਾ? ਇੱਕ ਕੱਲ ਅੱਧਾ ਕਰ ਪੀਰੀਅਡ ਲਾ ਲਾਂਗੇ ਉੱਤੇ, ਫਿਰ ਉਹ ਤੋਂ ਬਾਅਦ ਐਟਮ ਐਂਡ ਨਿਊਕਲੀ ਕਰ ਲਾਂਗੇ। 8th ਯੂਨਿਟ ਦੇ ਵਿੱਚੋਂ ਸਟਾਰਟ ਕਰਾਂਗੇ, ਠੀਕ ਹੈ। ਹੁਣ ਮੈਨੂੰ ਟੈਸਟ ਦੇ ਚੱਲੋ ਨਾਲ ਦੇ, ਹੁਣ ਤਾਂ ਆਣਾ ਹੀ ਹੈ। ਪਰਸੋਂ ਦੇ ਦਿਓ ਟੈਸਟ ਮੈਨੂੰ। ਆਹ ਸੈਮੀਕੰਡਕਟਰ ਦਾ ਟੈਸਟ ਦੇ ਦਿਓ ਪਰਸੋਂ, ਠੀਕ ਹੈ। ਹੁਣ ਪਤਾ ਲੱਗ ਗਿਆ, ਹੁਣ ਜਾ ਕੇ ਪੜ੍ਹੇ ਵੀ ਹੋਣਗੇ ਕੱਲ ਵੀ, ਅੱਜ ਪੜ੍ਹ ਲਿਓ ਜਾ, ਠੀਕ ਹੈ। ਪਰਸੋਂ ਟੈਸਟ ਹੈ। ਕੱਲ ਆਪਾਂ ਥੋੜਾ ਜਿਹਾ ਹੋਰ ਦੇਖ ਲਓ, ਮੈਨੂੰ ਕੋਈ ਕੁਐਸਚਨ ਲੱਗਿਆ ਕਿ ਇਹ ਤੋਂ ਇਲਾਵਾ ਵੀ ਕੋਈ ਬਣਦਾ ਹੋਵੇ। ਮੰਮੀ ਉਹ ਆਉਣ ਵਾਲੇ ਆ ਆਪਣੇ, ਦਰਵਾਜ਼ੇ ਬੰਦ ਕਰ ਲਓ। ਮੇਰੇ ਖਿਆਲ ਚ ਮੰਮੀ ਆਮ ਉਹ ਆਏ ਰਾਧਾ ਰਾਣੀ ਆਪ ਵਾਲੇ।